It's your body, holy baba. ਗਮਲੇ ਦੇ ਵਿੱਚ ਇਹ ਸਬਜ਼ੀਆਂ ਵੀ ਤਿਆਰ ਹੋ ਜਾਂਦੀਆਂ, ਗਮਲੇ 'ਚ ਫਲ ਦੇ ਬੂਟੇ ਵੀ ਤਿਆਰ ਹੋ ਜਾਂਦੇ, ਗਮਲੇ ਦੇ ਵਿੱਚ ਫਲਾਵਰ ਵੀ ਤੁਸੀਂ ਲਾ ਸਕਦੇ ਹੋ ਔਰ ਹਰ ਤਰ੍ਹਾਂ ਦਾ ਬੂਟਾ ਜਿਹੜਾ ਗਮਲੇ ਦੇ ਵਿੱਚ ਲੱਗ ਜਾਂਦਾ। ਸੋ ਅਸੀਂ ਲਾਇਆ ਵੀ ਆ। ਅਸੀਂ ਦੇਸੀ ਜਿਹੜੀ ਖਾਦ ਆ ਉਹ ਪਾ ਕੇ ਬੂਟੇ ਤਿਆਰ ਕੀਤੇ ਔਰ ਬੂਟਿਆਂ ਨੇ ਫਲ ਦੂਜੇ ਬੂਟਿਆਂ ਨਾਲੋਂ ਵਧੀਆ ਦਿੱਤਾ। ਆਪਣੀ ਛੱਤ ਦੇ ਉੱਤੇ ਗਮਲੇ ਲਿਆ ਕੇ ਸੋਹਣੀ ਤਰ੍ਹਾਂ ਹਰ ਤਰ੍ਹਾਂ ਦੀ ਸਬਜ਼ੀ ਉਗਾਈ ਜਾ ਸਕਦੀ। ਹਰ ਤਰ੍ਹਾਂ ਦੇ ਜਿਸ ਤਰ੍ਹਾਂ ਦਾਲਾਂ ਸਬਜ਼ੀਆਂ ਦੇ ਵਿੱਚ ਜਿਹੜੇ ਮਸਾਲੇ ਪੈਂਦੇ ਉਹਦੇ ਬੂਟੇ ਲਗਾਏ ਜਾ ਸਕਦੇ ਨੇ। ਉਹਦੇ ਬੂਟਿਆਂ ਦੀਆਂ ਜਿਹੜੀਆਂ ਪੱਤੀਆਂ ਆ ਉਹ ਤੋੜ ਕੇ ਤੁਸੀਂ ਉਹ ਸਬਜ਼ੀ ਦੇ ਵਿੱਚ ਪਾਓ ਔਰ ਬਹੁਤ ਵਧੀਆ ਲੱਗੇਗਾ ਤੁਹਾਨੂੰ। ਸਬਜ਼ੀ ਵੀ ਟੇਸਟੀ ਲੱਗੇਗੀ ਔਰ ਤੁਹਾਡੀਆਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਉਹ ਤੋਂ ਵੀ ਤੁਸੀਂ ਮੁਕਤੀ ਪਾਓਗੇ। ਬੋਲੀ ਹੋਲੀ ਬਾਬਾ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਔਰ ਅਸੀਂ ਫਿਰ ਤੁਹਾਨੂੰ ਲੈ ਕੇ ਆਏ ਹਾਂ ਅੰਮ੍ਰਿਤਸਰ ਦੀ ਇੱਕ ਲੇਡੀ ਹੈ ਜਿਹਦਾ ਨਾਮ ਹੈ ਰਾਜਵਿੰਦਰ ਕੌਰ। ਔਰ ਉਹਨਾਂ ਨੇ ਇਹ ਜਿਹੜਾ ਸ਼ੌਂਕ ਹੈ ਇਸ ਤਰੀਕੇ ਨਾਲ ਅਪਣਾਇਆ ਕਿ ਅੱਜ ਕੱਲ੍ਹ ਦੂਰ ਤੋਂ ਲੋਕ ਜਿਹੜਾ ਉਹਨਾਂ ਦੇ ਸ਼ੌਂਕ ਦੇ ਨਾਲ ਬਣਿਆ ਇਹ ਬਾਗ ਜੋ ਮੇਰੇ ਪਿੱਛੇ ਤੁਸੀਂ ਦੇਖ ਰਹੇ ਜੇ, ਲੋਕੀ ਦੇਖਣ ਵਾਸਤੇ ਵੀ ਆਉਂਦੇ ਨੇ। ਔਰ ਇੱਥੇ ਬਹੁਤ ਹੀ ਤਰ੍ਹਾਂ ਦੀਆਂ ਵੱਖ-ਵੱਖ ਫਰੂਟ ਅਸੀਂ ਕਹਿ ਸਕਦੇ ਹਾਂ, ਵੈਜੀਟੇਬਲ ਕਹਿ ਸਕਦੇ ਹਾਂ, ਫੁੱਲ ਵੀ ਹੈਗੇ ਨੇ ਔਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜੜੀ ਬੂਟੀਆਂ ਨੇ ਜਿਹੜੀਆਂ ਕਿ ਦਵਾਈਆਂ ਦੇ ਵਿੱਚ ਵੀ ਕੰਮ ਆਉਂਦੀਆਂ ਨੇ। ਆਓ ਆਪਾਂ ਉਹਨਾਂ ਨਾਲ ਹੀ ਗੱਲ ਕਰਦੇ ਹਾਂ ਔਰ ਪੁੱਛਦੇ ਹਾਂ ਕਿ ਇਸ ਬਾਗ ਦੀ ਕੀ ਖਾਸੀਅਤ ਹੈ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਜਿਹੜਾ ਤੁਸੀਂ ਇਹ ਬਾਗ ਲਗਾਇਆ ਹਾਂਜੀ ਔਰ ਇੱਕ ਵੱਖਰੀ ਲੁੱਕ ਜਿਹੜੀ ਹੈ ਦਿੱਤੀ ਹੈ, ਇਹ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਤੁਹਾਨੂੰ? ਇਹ ਮਨ ਦੇ ਵਿੱਚ ਵੀ ਦੇਖੋ ਜੀ, ਅੱਜ ਕੱਲ੍ਹ ਇੰਟਰਨੈਟ 'ਤੇ ਜਿਹੜਾ ਤੁਹਾਨੂੰ ਬਹੁਤ ਇੰਟਰਨੈਟ ਇੱਕ ਐਸੀ ਚੀਜ਼ ਹੈ ਕਿ ਜਿਹੜਾ ਸਾਨੂੰ ਪਹਿਲਾਂ ਕਦੀ ਨੌਲੇਜ ਨਹੀਂ ਸੀ ਉਹ ਸਾਨੂੰ ਇੰਟਰਨੈਟ ਤੋਂ ਮਿਲ ਰਿਹਾ। ਤਾਂ ਮੈਂ ਇੰਟਰਨੈਟ ਤੋਂ ਦੇਖਿਆ ਕਿ ਜਿਹੜਾ ਡੇਲੀ ਕਿਸੇ ਨਾ ਕਿਸੇ ਨੇ ਪਾਇਆ ਹੁੰਦਾ ਸੀਗਾ ਵੀ ਦਾਲਚੀਨੀ ਖਾਓਗੇ ਤਾਂ ਉਹਦਾ ਫਾਇਦਾ, ਹਲਦੀ ਖਾਓਗੇ ਤਾਂ ਉਹਦਾ ਆਹ ਫਾਇਦਾ। ਹਰ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ, ਲੌਂਗ ਖਾਓਗੇ ਤਾਂ ਤੁਹਾਡੇ ਮੂੰਹ ਦੀ ਸਮੈਲ ਖਤਮ ਕਰਦਾ। ਜੇ ਤੁਸੀਂ ਹਲਦੀ ਖਾਂਦੇ ਹੋ ਤਾਂ ਖੂਨ ਨੂੰ ਸਾਫ਼ ਰੱਖਦਾ। ਜੇ ਤੁਸੀਂ ਕਾਲੀ ਮਿਰਚ ਖਾਂਦੇ ਜੇ ਤਾਂ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਲੱਗਣ ਵਾਲੀਆਂ ਵਾ ਉਹਨੂੰ ਖਤਮ ਕਰਦਾ। ਇਸੇ ਤਰ੍ਹਾਂ ਹੀ ਮੈਂ ਘਰ ਦੇ ਵਿੱਚ ਹਰ ਤਰ੍ਹਾਂ ਦਾ ਬੂਟਾ ਜਿਹੜਾ ਲਿਆ ਕੇ ਲਾਇਆ। ਕਿਉਂ ਨਾ ਅਸੀਂ ਆਪਣੇ ਘਰ ਤੋਂ ਹੀ ਉਹ ਚੀਜ਼ਾਂ ਪੈਦਾ ਕਰਕੇ ਤੇ ਅਸੀਂ ਜਿਹੜਾ ਉਹਨੂੰ ਰਸੋਈ ਦੇ ਵਿੱਚ ਉਹਨੂੰ ਯੂਜ਼ ਕਰ ਸਕੀਏ ਜੇ ਸਾਡੇ ਕੋਲ ਟਾਈਮ ਹੈਗਾ ਤੇ। ਉਹਦੇ ਨਾਲ ਹੈਗਾ ਕਿ ਇਹਨਾਂ ਤੋਂ ਇਲਾਵਾ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਕੈਟਾਗਰੀ ਦੇ ਇੱਥੇ ਫੁੱਲ ਨੇ, ਫਰੂਟ ਨੇ ਔਰ ਇਹਨੂੰ ਕਿਸ ਤਰ੍ਹਾਂ ਤੁਸੀਂ ਲਗਾਉਂਦੇ ਜੇ? ਕਿਉਂਕਿ ਬਿਲਕੁਲ ਟੈਰਸ ਦੇ ਉੱਤੇ, ਛੱਤ ਦੇ ਉੱਤੇ ਹੈਗਾ, ਇਸ ਬਾਰੇ ਵੀ ਦੱਸ ਦਿਓ। ਦੇਖੋ ਟੈਰਸ ਦੇ ਉੱਤੇ ਜਗ੍ਹਾ ਤਾਂ ਕਿਸੇ ਯੂਟੀਲਾਈਜ਼ ਹੈ ਨਹੀਂ, ਅਤੇ ਜੇ ਨੀਚੇ ਜਗ੍ਹਾ ਤੁਹਾਡੀ ਘੱਟ ਆ, ਘਰ ਦੇ ਵਿੱਚ ਜਗ੍ਹਾ ਘੱਟ ਆ, ਪਾਰਕਿੰਗ 'ਚ ਅਸੀਂ ਨਹੀਂ ਲਗਾ ਸਕਦੇ, ਅਸੀਂ ਛੱਤ 'ਤੇ ਉਹਨੂੰ ਯੂਜ਼ ਕਰ ਸਕਦੇ ਜਗ੍ਹਾ ਨੂੰ। ਔਰ ਇੱਥੇ ਹਰ ਤਰ੍ਹਾਂ ਦਾ ਗਮਲਾ ਜਿਹੜਾ ਗਮਲੇ ਦੇ ਵਿੱਚ ਇਹ ਸਬਜ਼ੀਆਂ ਵੀ ਤਿਆਰ ਹੋ ਜਾਂਦੀਆਂ, ਗਮਲੇ 'ਚ ਫਲ ਦੇ ਬੂਟੇ ਵੀ ਤਿਆਰ ਹੋ ਜਾਂਦੇ, ਗਮਲੇ ਦੇ ਵਿੱਚ ਫਲਾਵਰ ਵੀ ਤੁਸੀਂ ਲਾ ਸਕਦੇ ਹੋ ਔਰ ਹਰ ਤਰ੍ਹਾਂ ਦਾ ਬੂਟਾ ਜਿਹੜਾ ਗਮਲੇ ਦੇ ਵਿੱਚ ਲੱਗ ਜਾਂਦਾ। ਸੋ ਅਸੀਂ ਲਾਇਆ ਵੀ ਆ। ਅਸੀਂ ਅਮਰੂਦ ਦਾ ਬੂਟਾ ਲਾਇਆ, ਅਸੀਂ ਅਨਾਰ ਦਾ ਬੂਟਾ ਲਾਇਆ, ਫਿਰ ਪਪੀਤੇ ਲਾਏ ਆ ਜਿਹੜੇ ਕਿ ਸਿਹਤ 'ਚ ਖਾਣ ਵਾਸਤੇ, ਸਿਹਤ ਵਾਸਤੇ ਬਹੁਤ ਵਧੀਆ ਨੇ, ਹੈ ਨਾ। ਇਸੇ ਤਰ੍ਹਾਂ ਹਰ ਤਰ੍ਹਾਂ ਦਾ ਫਰੂਟ ਦਾ ਜਿਹੜਾ ਬੂਟਾ ਵਾ, ਅੰਗੂਰ ਦੇ ਬੂਟੇ ਲਾਏ ਨੇ। ਉਹ ਹਰ ਤਰ੍ਹਾਂ ਦਾ ਹੀ ਬੂਟਾ ਜਿਹੜਾ ਇਹ ਘਰ ਦੇ ਵਿੱਚ ਅਸੀਂ ਛੱਤ ਦੇ ਉੱਪਰ ਲਾਇਆ ਗਮਲੇ ਦੇ ਵਿੱਚ। ਇਸੇ ਤਰ੍ਹਾਂ ਹੀ ਸਬਜ਼ੀਆਂ ਦੇ ਬੂਟੇ ਵੀ ਲੱਗਦੇ ਨੇ। ਸਬਜ਼ੀਆਂ ਦੇ ਬੂਟੇ ਮੈਂ ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਆ ਉਹ ਗਮਲਿਆਂ ਦੇ ਵਿੱਚ ਲਾਈ ਆ ਔਰ ਉਹਨੇ ਫਲ ਵੀ ਦਿੱਤਾ। ਔਰ ਫਲ ਵੀ ਦੇਸੀ ਜਿਹੜੀ ਅਸੀਂ ਰੂੜੀ ਵੀ ਕਹਿੰਦੇ ਆ, ਖਾਦ ਜਿਹੜੀ ਪੈਂਦੀ ਆ ਸਬਜ਼ੀਆਂ ਨੂੰ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਕਰਦੀ ਆ, ਪੋਆਇਜ਼ਨ। ਅਸੀਂ ਦੇਸੀ ਜਿਹੜੀ ਖਾਦ ਆ ਉਹ ਪਾ ਕੇ ਬੂਟੇ ਤਿਆਰ ਕੀਤੇ ਔਰ ਬੂਟਿਆਂ ਨੇ ਫਲ ਦੂਜੇ ਬੂਟਿਆਂ ਨਾਲੋਂ ਵਧੀਆ ਦਿੱਤਾ। ਉਹ ਆਂਦੇ ਨਾਲੇ ਪੁੰਨ ਤੇ ਨਾਲੇ ਫਲੀਆਂ, ਇਹ ਦੋਨੋਂ ਕੰਮ ਕਰੋ। ਜੇ ਤੁਹਾਡੇ ਕੋਲ ਟਾਈਮ ਹੈ ਤਾਂ ਨਾਲੇ ਆਪਣੇ ਆਪ ਨੂੰ ਬਿਜੀ ਰੱਖੋ, ਨਾਲੇ ਤੁਹਾਨੂੰ ਕੰਮ ਕਰਕੇ ਸੈਟਿਸਫੈਕਸ਼ਨ ਮਿਲਦੀ ਹੈ ਅਤੇ ਨਾਲੇ ਤੁਹਾਨੂੰ ਸਬਜ਼ੀਆਂ ਅਤੇ ਫਲ ਮਿਲਦੇ ਨੇ। ਇੱਕ ਚੀਜ਼ ਦੱਸੋ ਕਿ ਜਿਹੜਾ ਸਾਰਾ ਕੁਝ ਤੁਸੀਂ ਲਗਾਇਆ, ਇਹਦੀ ਕੋਈ ਮਿੱਟੀ ਕੋਈ ਖਾਸ ਹੁੰਦੀ ਹੈ ਕੋਈ, ਕਿ ਜਾਂ ਆਮ ਨੋਰਮਲ ਜਿਹੜੀ ਅਸੀਂ ਖੇਤਾਂ ਦੇ ਵਿੱਚ ਮਿੱਟੀ ਵੇਖਦੇ ਹਾਂ ਉਹੀ ਹੁੰਦੀ ਹੈ? ਨਹੀਂ ਜੀ, ਮਿੱਟੀ ਇਹਦੇ 'ਚ ਖਾਸ ਨਹੀਂ ਹੁੰਦੀ, ਮਿੱਟੀ ਉਹੀ ਹੁੰਦੀ ਆ। ਮਿੱਟੀ ਉਹੀ ਆ, ਇਹਦੇ ਵਿੱਚ ਕੋਕੋਪਿਟ ਪੈਂਦੀ ਆ ਜਾਂ ਦੇਸੀ ਖਾਦ ਅਸੀਂ ਜਿਹਨੂੰ ਕਹਿ ਦਿੰਦੇ ਆ।
ਦੇਸੀ ਖਾਦ ਜਿਹੜੀ ਘਰ 'ਚ ਤਿਆਰ ਹੁੰਦੀ ਗੋਹੇ ਰੂੜੀ ਤੋਂ ਆਦ ਹੋਰਨਾਂ ਚੀਜ਼ਾਂ ਤੋਂ, ਉਹ ਇੱਕ ਜਿਹੜੀ ਰੂੜੀ ਆ ਉਹਨੂੰ ਵਿੱਚ ਮਿਕਸ ਕਰਕੇ ਤੇ ਉਹ ਮਿੱਟੀ ਜਿਹੜੀ ਤਿਆਰ ਕੀਤੀ ਜਾਂਦੀ ਆ ਔਰ ਉਹ ਬਹੁਤ ਹੀ ਵਧੀਆ ਆਰਗੈਨਿਕ ਜਿਹੜੀ ਚੀਜ਼ ਬਣ ਜਾਂਦੀ ਹੈ, ਬਹੁਤ ਵਧੀਆ ਔਰ ਬਹੁਤ ਬੂਟੇ ਜਿਹੜੇ ਆ ਫਲ ਦਿੰਦੇ ਆ। ਉਹਦੇ ਨਾਲ ਜਿਹੜਾ ਹੈਗਾ ਕਿ ਜਦੋਂ ਤੁਸੀਂ ਇਹ ਸਾਰਾ ਬਾਗ ਬਹੁਤ ਵਧੀਆ ਸਜਿਆ, ਇਹਨੂੰ ਕਿਸ ਤਰ੍ਹਾਂ ਇਹਦੀ ਰੇਖ ਦੇਖ ਸਵੇਰ ਤੋਂ ਹੀ, ਕਿਉਂਕਿ ਕਹਿੰਦੇ ਕਿ ਪਾਣੀ ਤੇ ਸਵੇਰ ਤੋਂ ਹੀ ਸ਼ੁਰੂ ਹੋ ਜਾਂਦਾ, ਤੇ ਕਿਸ ਤਰ੍ਹਾਂ ਇਹਦੀ ਰੇਖ ਦੇਖ ਸਾਰਾ ਕੁਝ ਕਰਦੇ ਤੁਸੀਂ? ਰੇਖ ਦੇਖ ਦੇਖੋ ਜੀ, ਟਾਈਮ ਖੁੱਲ੍ਹਾ ਹੈ, ਜੇ ਟਾਈਮ ਖੁੱਲ੍ਹਾ ਹੈ ਤੇ ਉਹਨੂੰ ਯੂਟਿਲਾਈਜ਼ ਕਰਨਾ ਚਾਹੀਦਾ ਹੈ। ਅਸੀਂ ਸਵੇਰੇ ਸ਼ਾਮ ਜਦੋਂ ਟਾਈਮ ਨਿਕਲਦਾ, ਸਵੇਰੇ ਘੰਟਾ ਮਾਰਨਿੰਗ, ਨਾਲੇ ਇੱਥੇ ਸੈਰ ਹੋ ਜਾਂਦੀ, ਯੋਗਾ ਹੋ ਜਾਂਦਾ, ਨਾਲੇ ਆਪਣੀ ਬੈਠ ਕੇ ਬੂਟਿਆਂ ਨਾਲ ਇੰਜੋਏ ਕਰੋ ਤੇ ਨਾਲ ਉਹਨਾਂ ਨੂੰ ਪਾਣੀ ਵੀ ਦਿਓ। ਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਹੀ ਰੂਟੀਨ ਹੈ ਵੀ ਸ਼ਾਮ ਨੂੰ ਵੀ ਜਦੋਂ ਟੈਰਸ ਤੇ ਆਈਦਾ ਹੈ ਤੇ ਇਹਨਾਂ ਨੂੰ ਬੂਟਿਆਂ ਨਾਲ ਇੰਜੋਏ ਕਰੋ ਤੇ ਨਾਲ ਪਾਣੀ ਦਿਓ। ਤਾਂ ਔਰ ਪਤਾ ਹੀ ਨਹੀਂ ਚੱਲਦਾ ਵੀ ਟਾਈਮ ਤੁਹਾਡਾ ਕਿੱਥੇ ਪਾਸ ਹੋ ਗਿਆ। ਬੜਾ ਵਧੀਆ, ਬੜੀ ਖੁਸ਼ੀ ਹੁੰਦੀ ਆ ਫਿਰ ਲੋਕ ਜਦੋਂ ਵੇਖਣ ਆਉਂਦੇ ਆ ਇਸ ਚੀਜ਼ ਨੂੰ ਔਰ ਸਿਫਤ ਕਰਦੇ ਨੇ, ਤੇ ਉਹਨਾਂ ਦੇ ਮਨ 'ਚ ਵੀ ਇਹ ਚਾਅ ਆਉਂਦਾ ਕਿ ਅਸੀਂ ਵੀ ਕਿਉਂ ਨਾ ਆਪਣੇ ਘਰ ਦੇ ਵਿੱਚ ਇਸੇ ਤਰ੍ਹਾਂ ਹੀ ਗਮਲੇ ਲਾ ਕੇ ਤੇ ਅਸੀਂ ਵੀ ਜਿਹੜਾ ਸਬਜ਼ੀਆਂ ਦਾ ਆਨੰਦ ਮਾਣੀਏ। ਔਰ ਆਉਂਦੇ ਨੇ ਲੋਕ, ਜਿਹੜੇ ਗਰੀਬ ਲੋਕ ਆਉਂਦੇ ਨੇ ਉਹਨਾਂ ਦੀ ਹੈਲਪ ਵੀ ਕਰਦੀ ਹਾਂ ਮੈਂ, ਉਹਨਾਂ ਨੂੰ ਗਾਈਡ ਵੀ ਕਰਦੀ ਹਾਂ, ਉਹਨਾਂ ਨੂੰ ਬੂਟੇ ਲਿਆ ਕੇ ਵੀ ਦਿੰਦੀ। ਇਸੇ ਤਰ੍ਹਾਂ ਨਾਲ ਬੂਟਿਆਂ ਦਾ ਵੀ ਉਹਨਾਂ ਦੇ ਮਨ ਦੇ ਵਿੱਚ ਸ਼ੌਂਕ ਪੈਦਾ ਹੁੰਦਾ। ਜਿਸ ਤਰ੍ਹਾਂ ਕਿ ਅਸੀਂ ਬੂਟੇ ਅੱਜ ਅਸੀਂ ਦਰਖਤ ਜਿਹੜੇ ਕੱਟੇ ਜਾ ਰਹੇ ਨੇ, ਦਰਖਤ ਕੱਟੇ ਜਾ ਰਹੇ ਨੇ, ਬਿਲਡਿੰਗਾਂ ਬਣ ਗਈਆਂ ਬਹੁਤ ਸਾਰੀਆਂ, ਪੋਲੂਸ਼ਨ ਤੋਂ ਵੀ ਲੋਕ ਤੰਗ ਨੇ, ਬਿਮਾਰੀਆਂ ਬਹੁਤ ਫੈਲ ਰਹੀਆਂ ਨੇ। ਔਰ ਜਿਹੜੇ ਅਸੀਂ ਬੂਟੇ ਲਾਉਂਦੇ ਆ ਤੇ ਬੂਟਿਆਂ ਦੇ ਨਾਲ ਲੋਕਾਂ ਨੂੰ ਇਹ ਵੀ ਪ੍ਰੇਰਨਾ ਮਿਲਦੀ ਆ ਵੀ ਜੇ ਇਹਨਾਂ ਲਾਏ ਤੇ ਅਸੀਂ ਵੀ ਲਾਈਏ। ਉਹ ਆਟੋਮੈਟਿਕ ਹੀ ਜਿਹੜਾ ਕੰਮ ਆ ਬੂਟਿਆਂ ਦਾ ਆਪਣੇ ਆਪ ਹੀ ਜਾਰੀ ਆ। ਜਿਸ ਤਰ੍ਹਾਂ ਕਿ ਸਭ ਲੋਕ ਜਾਣਦੇ ਨੇ ਕਿ ਤੁਸੀਂ ਰਾਜਨੀਤੀ ਵਿੱਚ ਵੀ ਹੈਗੇ ਜੇ, ਔਰ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦਾ ਟਾਈਮ ਕੱਢਣਾ ਵੀ ਬੜਾ ਜਿਹੜਾ ਹੈਗਾ ਔਖਾ ਹੋਗਾ, ਤੇ ਫਿਰ ਕਿਸ ਤਰ੍ਹਾਂ ਸਾਰਾ ਤੁਸੀਂ ਆਪਣੀ ਉਧਰ ਦੀ ਜਿਹੜੀ ਸੋਸ਼ਲ ਐਕਟੀਵਿਟੀ ਤੁਹਾਡੀ ਹੈਗੀ ਹੈ, ਕਿਸ ਤਰ੍ਹਾਂ ਉਹਨੂੰ ਸਾਰਾ ਟਾਈਮ ਦੇ ਪਾਉਂਦੇ ਜੇ? ਔਰ ਜਿਸ ਤਰ੍ਹਾਂ ਕਿ ਪਿੱਛੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਸਰਕਾਰਾਂ ਵੱਲੋਂ ਵੀ, ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ, ਸਰਕਾਰਾਂ ਵੱਲੋਂ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮੁਹਿੰਮ ਛਿੜੀਆਂ ਸੀ, ਨੰਨੀ ਛਾਂ ਸੀ, ਜਾਂ ਰੁੱਖਾਂ ਨੂੰ ਬਚਾਉਣ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਸਰਕਾਰਾਂ ਵੱਲੋਂ ਵੀ ਕਿ ਰੁੱਖ ਨਾ ਕੱਟੇ ਜਾਣ, ਲੇਕਿਨ ਅਸੀਂ ਫਿਰ ਵੀ ਉਹਨਾਂ 'ਤੇ ਹਜੇ ਤੱਕ ਉਹਨਾਂ ਗੱਲਾਂ ਦੇ ਉੱਤੇ ਨਹੀਂ ਆਉਂਦੇ। ਦੇਖੋ ਜੀ, ਸਾਡੇ ਜਿਹੜੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਬੀਬਾ ਹਰਸਿਮਰਤ ਕੌਰ ਜੀ ਬਾਦਲ, ਜਿਨ੍ਹਾਂ ਨੇ ਇੱਕ ਮੁਹਿੰਮ ਚਲਾਈ ਸੀਗੀ ਤੇ ਕਾਮਯਾਬ ਵੀ ਹੋਏ ਉਹਦੇ ਵਿੱਚ। ਵੇਖੋ ਵੀ ਕੁੱਖ ਦੇ ਵਿੱਚ ਧੀ ਨਾ ਮਾਰੋ ਤੇ ਰੁੱਖ ਜ਼ਰੂਰ ਲਗਾਓ। ਔਰ ਹੁਣ ਥੋੜੀ ਮਹੀਨੇ ਕੁ ਦੀ ਗੱਲ ਆ ਕਿ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਬੀਬੀ ਜਗੀਰ ਕੌਰ ਜੀ, ਉਹਨਾਂ ਨੂੰ ਵੀ ਉਹਨਾਂ ਨੇ ਹੁਕਮ ਕੀਤਾ ਸੀਗਾ ਤੇ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਇਸਤਰੀ ਵਿੰਗ ਆ, ਉਹਨਾਂ ਨੂੰ ਇੱਕ ਮੈਸੇਜ ਦਿੱਤਾ ਗਿਆ ਸੀਗਾ ਵੀ ਤੁਸੀਂ ਹਰ ਔਰਤ ਨੇ ਇੱਕ ਬੂਟਾ ਜ਼ਰੂਰ ਲਗਾਉਣਾ ਹੈ। ਤੇ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਕਿੰਨਾ ਤਕੜਾ ਸਾਡਾ ਜਿਹੜਾ ਉਹ ਇਸਤਰੀ ਵਿੰਗ ਦਾ ਢਾਂਚਾ, ਔਰ ਸਾਰਿਆਂ ਨੇ ਉਹਨਾਂ ਦੀਆਂ ਗੱਲਾਂ ਨੂੰ ਹੁਕਮ ਮੰਨ ਕੇ ਸਾਰਿਆਂ ਨੇ ਬੂਟੇ ਲਾਏ। ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੂਟੇ ਜਿਹੜੇ ਲੱਗੇ ਆ ਤੇ ਇਸੇ ਤਰ੍ਹਾਂ ਹੀ ਬੂਟੇ ਜਿਹੜੇ ਆ ਉਹ ਲਾਉਂਦੇ ਰਹਿਣਗੇ। ਆਪਾਂ ਬਾਗ ਦੀ ਗੱਲ ਕਰਦੇ ਹਾਂ ਜਿਹੜਾ ਤੁਸੀਂ ਸਾਰਾ ਬਣਾਇਆ ਜੀ, ਔਰ ਇਹਦੇ 'ਚ ਕੁਝ ਅਸੀਂ ਦੇਖਿਆ ਕਿ ਕੁਝ ਤੁਸੀਂ ਲਾਈਟਿੰਗ ਵੀ ਇੱਥੇ ਕੀਤੀ ਹੈ, ਉਹ ਕੀ ਹੈਗੀ ਹੈ? ਇਹ ਲਾਈਟਾਂ ਜੀ ਸਪੈਸ਼ਲੀ ਸੋਲਰ ਲਾਈਟਾਂ ਜਿਹਨੂੰ ਕਹਿੰਦੇ ਸੀ, ਇਹ ਸਪੈਸ਼ਲ ਆਨਲਾਈਨ ਮੰਗਾਈਆਂ ਗਈਆਂ। ਇਹਦੇ ਵਿੱਚ ਨਾ ਸਾਰੇ ਬਰਡਸ ਬਣੇ ਆ, ਜਿਸ ਤਰ੍ਹਾਂ ਤਿਤਲੀ ਹੋ ਗਈ, ਛੋਟੇ ਛੋਟੀਆਂ ਚਿੜੀਆਂ ਹੋ ਗਈਆਂ, ਇਸ ਤਰ੍ਹਾਂ ਨਾਲ ਲਾਈਟਾਂ ਦੇ ਰੂਪ 'ਚ ਨਾਲ ਉਹ ਜਗਦੀਆਂ ਆ। ਤੇ ਨਾਲ ਜਿਹੜਾ ਇਹ ਬਿਜਲੀ ਦੀ ਵੇਸਟੇਜ ਹੁੰਦੀ ਹੈ, ਅਸੀਂ ਵੱਡੇ ਬਲਬ ਲਾਉਂਦੇ ਆ ਤੇ ਛੋਟੀਆਂ ਛੋਟੀਆਂ ਲਾਈਟਾਂ ਜਦੋਂ ਰਾਤ ਨੂੰ ਬੈਠੀ ਦਾ ਨਾ ਇੱਥੇ, ਇੰਜ ਲੱਗਦਾ ਕਿ ਜਿਸ ਤਰ੍ਹਾਂ ਕਿਸੇ ਸਵਰਗ 'ਚ ਆ ਗਏ ਆ। ਮਤਲਬ ਕਿ ਮਾਈਂਡ ਨੂੰ ਇੰਨੀ ਰਿਲੈਕਸੇਸ਼ਨ ਮਿਲਦੀ ਆ ਛੋਟੀਆਂ ਛੋਟੀਆਂ ਲਾਈਟਾਂ ਵੇਖ ਕੇ, ਜਿਸ ਤਰ੍ਹਾਂ ਇੱਥੇ ਕੋਈ ਪੰਛੀ ਬੈਠੇ ਨੇ, ਕੋਈ ਬਰਡਸ ਬੈਠੇ ਨੇ, ਔਰ ਬੜਾ ਵਧੀਆ ਲੱਗਦਾ। ਤੁਹਾਨੂੰ ਲੱਗਦਾ ਨਹੀਂ ਹੈ ਕਿ ਜੋ ਤੁਸੀਂ ਕਰ ਰਹੇ ਜੇ ਇਹਦੇ ਵਿੱਚ ਬਹੁਤ ਸਾਰੇ ਤਰ੍ਹਾਂ ਦੀਆਂ ਫਰੂਟ ਨੇ, ਫੁੱਲ ਵੀ ਲੱਗੇ ਨੇ, ਵੈਜੀਟੇਬਲ ਵੀ ਨੇ, ਔਰ ਜੜੀ ਬੂਟੀਆਂ ਵੀ ਨੇ, ਕਿ ਲੋਕਾਂ ਨੂੰ ਇਸ ਪਾਸੇ ਵੱਲ ਤੁਰਨਾ ਚਾਹੀਦਾ ਜਿਹਦੇ ਨਾਲ, ਕਿਉਂਕਿ ਅਸੀਂ ਜੋ ਕੁਝ ਵੀ ਅੱਜ ਬਾਹਰੋਂ ਖਾਂਦੇ ਹਾਂ ਤੇ ਫਿਰ ਤੁਹਾਨੂੰ ਪਤਾ ਕਿ ਉਹਦੇ ਵਿੱਚ ਹਰ 'ਚ ਜਿਹੜਾ ਹੈਗਾ ਖਾਦਾਂ ਜਿਹੜੀਆਂ ਉਹ ਲਗਾਤਾਰ ਪਾਈਆਂ ਜਾਂਦੀਆਂ ਤੇ ਬਹੁਤ ਸਾਰਾ ਨੁਕਸਾਨ ਵੀ ਹੁੰਦਾ। ਦੇਖੋ ਜੀ, ਮੈਂ ਤੇ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਾਂਗੀ ਵੀ ਜੇ ਤੁਹਾਡੇ ਕੋਲ ਟਾਈਮ 'ਚੋਂ ਟਾਈਮ ਕੱਢੋ, ਔਰ ਜਗ੍ਹਾ ਤੇ ਹਰ ਘਰ ਦੇ ਵਿੱਚ ਹੁੰਦੀ ਆ ਛੱਤ ਦੇ ਉੱਤੇ। ਅੱਗੇ ਲੋਕ ਨਹੀਂ ਸੀ ਲਾਉਂਦੇ ਛੱਤ ਦੇ ਉੱਤੇ ਵੀ ਟਾਈਮ ਨਹੀਂ ਹੁੰਦਾ ਜਾਂ ਉਹਨਾਂ ਦਾ ਰੁਝੇਵਾਂ ਨਹੀਂ ਸੀ, ਇੱਦਾਂ ਧਿਆਨ ਨਹੀਂ ਸੀ ਉੱਧਰ। ਹੁਣ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਆਪਣੀ ਛੱਤ ਦੇ ਉੱਤੇ ਗਮਲੇ ਲਿਆ ਕੇ ਸੋਹਣੀ ਤਰ੍ਹਾਂ
ਹਰ ਤਰ੍ਹਾਂ ਦੀ ਸਬਜ਼ੀ ਉਗਾਈ ਜਾ ਸਕਦੀ, ਹਰ ਤਰ੍ਹਾਂ ਦੇ, ਜਿਸ ਤਰ੍ਹਾਂ ਦਾਲਾਂ ਸਬਜ਼ੀਆਂ ਦੇ ਵਿੱਚ ਜਿਹੜੇ ਮਸਾਲੇ ਪੈਂਦੇ ਉਹਦੇ ਬੂਟੇ ਲਗਾਏ ਜਾ ਸਕਦੇ ਨੇ। ਉਹਦੇ ਬੂਟਿਆਂ ਦੀਆਂ ਜਿਹੜੀਆਂ ਪੱਤੀਆਂ ਆ ਉਹ ਤੋੜ ਕੇ ਤੁਸੀਂ ਉਹ ਸਬਜ਼ੀ ਦੇ ਵਿੱਚ ਪਾਓ ਔਰ ਬਹੁਤ ਵਧੀਆ ਲੱਗੇਗਾ ਤੁਹਾਨੂੰ, ਸਬਜ਼ੀ ਵੀ ਟੇਸਟੀ ਲੱਗੇਗੀ ਔਰ ਤੁਹਾਡੀਆਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਉਹ ਤੋਂ ਵੀ ਤੁਸੀਂ ਮੁਕਤੀ ਪਾਓਗੇ। ਔਰ ਚਾਹ ਦੇ ਵਿੱਚ ਚਾਹ ਦੇ ਮਸਾਲੇ ਵੀ ਹੈ, ਜਿਹਦੇ 'ਚ ਲੌਂਗ ਆ, ਇਲਾਚੀ ਆ, ਹੋਰ ਕਈ ਤਰ੍ਹਾਂ ਦੇ ਬੂਟੇ। ਇਹ ਸਾਰੇ ਬੂਟੇ ਅਸੀਂ ਘਰ ਦੇ ਵਿੱਚ, ਜਵੈਨ ਦਾ ਬੂਟਾ ਵਾ, ਇਹ ਸਾਰੇ ਬੂਟੇ ਜਿਹੜੇ ਅਸੀਂ ਘਰ 'ਚ ਲਗਾ ਕੇ ਨਾ, ਤੇ ਜਿਸ ਤਰ੍ਹਾਂ ਅਸੀਂ ਬਾਜ਼ਾਰੀ ਮਸਾਲੇ ਲਿਆ ਕੇ ਖਾਂਦੇ ਆ ਜਿਹਦੀਆਂ ਕਿ ਸਾਨੂੰ ਬੜੀ ਮਿਲਾਵਟ ਆ ਰਹੀ ਆ, ਜਿਹਦੇ ਵਿੱਚ ਸਾਡਾ ਜਿਹੜੇ ਅਸੀਂ ਬਿਮਾਰੀਆਂ ਲੈ ਕੇ ਆਉਂਦੇ ਆ, ਇਹ ਜਿਹੜੇ ਬੂਟੇ ਆ ਇਹ ਘਰ 'ਚ ਲਾਓਗੇ ਤੇ ਤੁਸੀਂ ਤੰਦਰੁਸਤ ਰਹੋਗੇ। ਬਹੁਤ ਵਧੀਆ ਗੱਲ ਹੈ ਕਿ ਇੱਕ ਜਿਹੜਾ ਇਹ ਮੈਸੇਜ ਹੈ ਲੋਕਾਂ ਦੇ ਵਿੱਚ ਬੜਾ ਪੋਜ਼ਿਟਿਵ ਜਿਹੜਾ ਹੈਗਾ ਜਾਂਦਾ ਵਾ ਕਿ ਛੱਤ ਨੂੰ ਜਿਹੜਾ ਖਾਲੀ ਸੀ ਉਹਨੂੰ ਯੂਜ਼ ਕਰਕੇ ਤੁਸੀਂ ਜਿਹੜਾ ਹੈਗਾ ਇਹ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ। ਕੀ ਕਹੋਗੇ ਤੁਸੀਂ ਲੋਕਾਂ ਨੂੰ ਵੀ? ਮੈਂ ਲੋਕਾਂ ਨੂੰ ਇਹੀ ਕਹਾਂਗੀ ਵੀ ਆਪਣੇ ਆਪਣੇ ਘਰ ਦੇ ਵਿੱਚ ਇੱਕ ਗਮਲੇ ਤੋਂ ਸ਼ੁਰੂਆਤ ਕਰੋ। ਸਹੀ ਹੈ ਉਹ ਜਿਹੜਾ ਇਹ ਗਮਲਿਆਂ ਨੂੰ ਵਧਾਓ ਔਰ ਘਰ ਦੇ ਵਿੱਚ ਸਬਜ਼ੀਆਂ ਉਗਾਓ। ਸਬਜ਼ੀਆਂ ਵੀ ਘਰ ਦੇ ਵਿੱਚ ਬਹੁਤ ਵਧੀਆ ਲੱਗਦੀਆਂ ਨੇ, ਜਿਹੜੀਆਂ ਕਿ ਬਾਹਰ ਸਬਜ਼ੀ ਅਸੀਂ ਖਾਂਦੇ ਉਹਦੇ ਵਿੱਚ ਸਪਰੇਅ ਡਬਲ ਪਤਾ ਨਹੀਂ ਕਿੰਨੀ ਕੁ ਸਪਰੇਅ ਕੀਤੀ ਹੁੰਦੀ ਹੈ, ਜਿਹਦੇ ਨਾਲ ਅਸੀਂ ਬਿਮਾਰ ਹੁੰਦੇ ਆ। ਇਹ ਦੇਸੀ ਰੂੜੀ ਪਾ ਕੇ ਇਹ ਸਬਜ਼ੀਆਂ ਤਿਆਰ ਕਰੋ ਔਰ ਇਹਦਾ ਆਨੰਦ ਮਾਣੋ ਤੇ ਬਿਮਾਰੀਆਂ ਤੋਂ ਵੀ ਮੁਕਤੀ ਪਾਓ। ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ NGO ਜਿਹੜੀਆਂ ਜੀ ਇਹਨਾਂ 'ਤੇ ਕੰਮ ਕਰਦੀਆਂ ਔਰ ਬਹੁਤ ਵਧੀਆ ਉਪਰਾਲਾ ਕਰਕੇ ਉਹ ਅਸੀਂ ਦੇਖਦੇ ਹਾਂ ਕਿ ਹਰ ਐਤਵਾਰ ਨੂੰ ਕੁਝ ਇਸ ਤਰ੍ਹਾਂ ਦੀਆਂ ਸਬਜ਼ੀਆਂ ਜਾਂ ਫਰੂਟ ਦੇ ਲਗਾਏ ਜਾਂਦਾ, ਬਾਜ਼ਾਰ ਵੀ ਲਗਾਏ ਜਾਂਦੇ ਨੇ ਕਿ ਲੋਕਾਂ ਨੂੰ ਜਿਹੜਾ ਹੈਗਾ ਇਹ ਜ਼ਹਿਰੀਲੀਆਂ ਸਬਜ਼ੀਆਂ ਤੋਂ ਜਾਂ ਫਰੂਟਾਂ ਤੋਂ ਬਚਾਇਆ ਜਾਵੇ। ਤੁਹਾਨੂੰ ਲੱਗਦਾ ਨਹੀਂ ਹੈ ਕਿ ਜੋ ਤੁਸੀਂ ਕਰ ਰਹੇ ਜੇ ਇਹਦੇ ਨਾਲ ਬਹੁਤ ਸਾਰਾ ਫਾਇਦਾ, ਖਾਸ ਕਰਕੇ ਤੁਹਾਡੇ ਪਰਿਵਾਰ ਤੋਂ ਹੀ ਸ਼ੁਰੂ ਹੋ ਜਾਂਦਾ? ਦੇਖੋ, ਜਿੰਨੀਆਂ ਵੀ NGO ਕੰਮ ਕਰ ਰਹੀਆਂ, ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਚੰਗੇ ਲੋਕ ਵੀ ਨੇ ਜਿਹੜੇ ਲੋਕਾਂ ਨੂੰ ਚੰਗੀ ਜਾਣਕਾਰੀ ਦਿੰਦੇ ਨੇ, ਤੇ ਮੈਂ ਵੀ ਚਾਹੁੰਦੀ ਹਾਂ ਕਿ ਉਹਦਾ ਮੈਂ ਵੀ ਹਿੱਸਾ ਬਣਾ ਔਰ ਲੋਕਾਂ ਤੱਕ ਇਹ ਗੱਲ ਜ਼ਰੂਰ ਪਹੁੰਚਾਵਾਂ ਕਿ ਤੁਸੀਂ ਉਹਨਾਂ ਚੀਜ਼ਾਂ ਤੋਂ ਬਚੋ ਜਿਹੜੀਆਂ ਮਾਰਕੀਟ 'ਚ ਗਲਤ ਆ ਰਹੀਆਂ ਨੇ। ਜਿਹੜੀਆਂ ਚੀਜ਼ਾਂ ਅਸੀਂ ਘਰ ਦੇ ਵਿੱਚ ਉਗਾ ਕੇ ਖੁਦ ਤਿਆਰ ਕਰਕੇ ਉਹਨੂੰ ਖਾ ਸਕਦੇ ਹਾਂ। ਤੇ ਮੈਂ ਇਹੀ ਕਹਾਂਗੀ ਸਾਰਿਆਂ ਨੂੰ ਵੀ ਆਪਣੇ ਆਪਣੇ ਘਰ ਦੇ ਵਿੱਚ ਸਬਜ਼ੀਆਂ ਦੇ ਬੂਟੇ, ਇਹਦੇ ਜਿਹੜੇ ਬੀਜ ਨੇ, ਜਿਹੜੇ ਕਿਚਨ 'ਚ ਮਸਾਲੇ ਪੈਂਦੇ ਨੇ, ਇਹਨਾਂ ਦੇ ਬੂਟੇ ਜ਼ਰੂਰ ਆਪਣੇ ਘਰ ਦੇ ਵਿੱਚ ਉਗਾਓ। ਕਦੀ ਗਾਂ ਤੁਸੀਂ ਜਾਂ ਇਸ ਤੋਂ ਅੱਗੇ ਹੋਰ ਕਿਸ ਤਰ੍ਹਾਂ ਦਾ ਇਹਨੂੰ ਵਧਾਉਣ ਦਾ ਸੋਚਿਆ? ਦੇਖੋ ਜੀ, ਤਕਰੀਬਨ ਹੀ ਜਦੋਂ ਬੂਟੇ ਦੇਖੀਦੇ ਆਨੰਦ ਕੋਈ ਨਾ ਕੋਈ ਬੂਟਾ ਘੱਟ ਨਜ਼ਰ ਆਉਂਦਾ। ਜਿੰਨੇ ਬੂਟੇ ਲੱਗੇ ਇੱਥੇ ਕੋਈ ਨਾ ਕੋਈ ਬੂਟਾ ਘੱਟ ਨਜ਼ਰ ਆਉਂਦਾ, ਤਾਂ ਫਿਰ ਨਰਸਰੀ ਚੱਲ ਜੀਦਾ ਵੀ ਸਾਨੂੰ ਕੋਈ ਇਹਨਾਂ ਤੋਂ ਅਲੱਗ ਬੂਟਾ ਦਿਓ ਜਿਹਦੇ ਨਾਲ ਫਾਇਦੇ ਹੋ ਸਕਣ। ਤੇ ਕੋਸ਼ਿਸ਼ ਇਹੀ ਹੁੰਦੀ ਹੈ ਵੀ ਬੂਟੇ ਕੰਪਲੀਟ ਕਰ ਦਈਏ, ਫਿਰ ਕੋਈ ਨਾ ਕੋਈ ਬੂਟਾ ਘਟਦਾ ਫਿਰ ਨਰਸਰੀ ਚੱਲ ਜੀਦਾ। ਪਰ ਇਸੇ ਤਰ੍ਹਾਂ ਹੀ ਜਾਰੀ ਰਵਾਂਗੇ ਤੇ ਕੰਮ ਕਰਦੇ ਰਵਾਂਗੇ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਜੀ ਕਿ ਕੁਝ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੂਟੇ ਨੇ ਕਿ ਜਿਹੜੇ ਅੰਮ੍ਰਿਤਸਰ ਦੇ ਵਿੱਚੋਂ ਤੁਹਾਨੂੰ ਨਹੀਂ ਸੀ ਮਿਲੇ ਤੇ ਤੁਸੀਂ ਉਹ ਬਾਹਰੋਂ ਲੈ ਕੇ ਆਏ। ਉਹ ਕਿਹੜੇ ਕਿਸ ਤਰ੍ਹਾਂ ਦੇ ਬੂਟੇ ਹੈਗੇ ਆ? ਉਹ ਇਹੀ ਬੂਟੇ ਆ ਜੀ ਜਿਹੜੇ ਮਸਾਲਿਆਂ ਦੇ ਵਿੱਚ, ਜਿਹੜੇ ਮਸਾਲੇ ਜਿਨ੍ਹਾਂ ਨੂੰ ਲੱਗਦੇ ਆ, ਜਾਂ ਫਰੂਟ ਦੇ ਕਈ ਤਰ੍ਹਾਂ ਦੇ ਬੂਟੇ ਆ। ਅਸੀਂ ਪਟਿਆਲੇ ਸਪੈਸ਼ਲ ਜਾ ਕੇ ਉੱਥੋਂ ਬੂਟੇ ਲੈ ਕੇ ਆਏ, ਕਿਉਂਕਿ ਮੈਂ TV 'ਚ ਐਡ ਦੇਖੀ ਸੀਗੀ ਇੱਕ ਬਾਪੂ ਜੀ ਨੇ, ਔਰ ਉਹਨਾਂ ਨੇ ਆਪਣੇ ਉੱਥੇ ਹਰ ਤਰ੍ਹਾਂ ਦਾ ਹੀ ਬੂਟਾ ਲਾਇਆ। ਉੱਥੋਂ ਮੈਂ ਪ੍ਰੇਰਿਤ ਹੋਈ ਤੇ ਸਪੈਸ਼ਲ ਅਸੀਂ ਪਟਿਆਲੇ ਜਾ ਕੇ ਉੱਥੋਂ ਬੂਟੇ ਲੈ ਕੇ ਤੇ ਉਹ ਮੈਂ ਬੂਟੇ ਜਿਹੜੇ ਲਗਾਏ ਆ। ਮੇਰਾ ਆਖਰੀ ਸਵਾਲ ਹੈ ਜੀ ਕਿ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਪਿੰਡਾਂ ਦੇ ਲਾਗੇ ਜਿੰਨੇ ਸ਼ਹਿਰ ਨੇ ਉਹ ਲਗਾਤਾਰ ਉੱਥੋਂ ਬਿਲਡਿੰਗਾਂ ਦੀਆਂ ਬਿਲਡਿੰਗਾਂ ਬਣ ਗਈਆਂ ਨੇ ਔਰ ਖਾਸ ਕਰਕੇ ਅਸੀਂ ਸ਼ਹਿਰਾਂ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪੋਲੂਸ਼ਨ ਹੈ ਉਹ ਹੋ ਚੁੱਕਾ ਹੈ। ਤੁਹਾਨੂੰ ਲੱਗਦਾ ਹੈ ਕਿ ਜਦੋਂ ਅਗਰ ਵ੍ਰਿਕਸ਼ ਪਿੱਛੇ ਜਿਹੜੇ ਜੋ ਕੱਟੇ ਗਏ ਆ ਉਹ ਨਾ ਕੱਟੇ ਜਾਂਦੇ ਤਾਂ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਦੇ ਵਿੱਚ ਆ ਚੁੱਕੀਆਂ ਨੇ, ਉਹ ਕਦੇ ਵੀ ਅਸੀਂ ਉਹ ਬਿਮਾਰੀਆਂ ਦਾ ਸ਼ਿਕਾਰ ਨਹੀਂ ਸੀ ਹੋ ਸਕਦੇ? ਬਿਲਕੁਲ ਜੀ, ਤੁਸੀਂ ਇੱਥੋਂ ਪਹਾੜੀ ਇਲਾਕੇ 'ਚ ਜਾ ਕੇ ਦੇਖ ਲਓ, ਹਿਮਾਚਲ 'ਚ ਬਹੁਤ ਵਾਤਾਵਰਨ ਦਾ ਫਰਕ ਹੈ। ਉੱਥੇ ਵੀ ਤਕਰੀਬਨ ਹੁਣ ਤੇ ਬੂਟੇ ਕੱਟੇ ਗਏ, ਪਰ ਆਪਣੇ ਇੱਥੇ ਅੰਮ੍ਰਿਤਸਰ ਦੇ ਵਿੱਚ ਜਿੰਨੇ ਬਾਗ ਸੀਗੇ, ਜਿੰਨੇ ਬੂਟੇ ਸੀਗੇ ਕੱਟੇ ਗਏ ਆ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਦੀ ਹਾਂ ਵੀ ਇੱਕ ਬੂਟਾ ਨਹੀਂ ਤੁਸੀਂ ਜ਼ਿਆਦਾ ਲਾ ਸਕਦੇ, ਇੱਕ ਬੂਟਾ ਆਪਣੇ ਘਰ ਦੇ ਬਾਹਰ ਜ਼ਰੂਰ ਲਗਾਓ। ਗੁਰਦੁਆਰੇ, ਮੰਦਿਰ, ਸਕੂਲ, ਅਸੀਂ ਕੋਸ਼ਿਸ਼ ਕਰੀਏ ਸਾਰੇ ਜਣੇ ਆਓ ਵੀ ਇੱਕ ਬੂਟਾ ਜਿਹੜਾ ਵਾ ਉੱਥੇ ਜ਼ਰੂਰ ਲਗਾਈਏ ਵੀ ਉਸੇ ਤਰ੍ਹਾਂ ਦੁਬਾਰਾ ਜਿਹੜੇ ਉਹ ਬੂਟੇ ਫੇਰ ਹੋਣ ਤੇ ਅਸੀਂ ਪੋਲੂਸ਼ਨ, ਇਹਨਾਂ ਬਿਮਾਰੀਆਂ ਤੋਂ, ਪੋਲੂਸ਼ਨ ਘੱਟ ਹੋਵੇ ਤੇ ਬਿਮਾਰੀਆਂ ਤੋਂ ਬਚੀਏ।
ਭੈਣ ਜੀ ਬੋਲੀ ਹੌਲੀ ਬਾਬਾ ਜਿਹੜਾ ਚੈਨਲ ਹੈ ਇਹਦੀ ਹਮੇਸ਼ਾ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਦਾ ਵਿਖਾਇਆ ਜਾਵੇ ਜਿਹਦੇ ਨਾਲ ਉਹਨਾਂ ਨੂੰ ਕੁਝ ਚੰਗੀ ਸੇਧ ਮਿਲ ਸਕੇ। ਕੀ ਕਹਿਣਾ ਚਾਹੋਗੇ ਤੁਸੀਂ, ਕਿਉਂਕਿ ਸਾਡੇ ਚੈਨਲ 'ਤੇ ਤੁਸੀਂ ਵੀ ਬਹੁਤ ਸਾਰੇ ਪ੍ਰੋਗਰਾਮ ਵੇਖਦੇ ਜੇ, ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦਰਸ਼ਕਾਂ ਨੂੰ ਵੀ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਨੂੰ ਵਾਚ ਕਰਨਾ ਚਾਹੀਦਾ, ਕਿਸ ਤਰ੍ਹਾਂ ਇਹਨੂੰ ਪਸੰਦ ਬਹੁਤ ਸਾਰੇ ਲੋਕ ਜਿਹੜੇ ਕਰਦੇ ਵੀ ਨੇ। ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ, ਇਸ ਚੈਨਲ ਵਾਲਿਆਂ ਦਾ। ਮੈਂ ਸਾਰਿਆਂ ਨੂੰ ਇਹੀ ਕਹਾਂਗੀ ਵੀ ਇਸ ਚੈਨਲ ਦੇ ਥਰੂ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਆਓ ਰਲ ਕੇ ਸਾਰੇ ਹੰਬਲਾ ਮਾਰੀਏ। ਤੇ ਇਹ ਪਹਿਲਾਂ ਜਿਹੜਾ ਸਪੈਸ਼ਲ ਇਹਨਾਂ ਨੇ ਇਸ ਮੇਰੇ ਜਿਹੜੀ ਛੋਟੀ ਜਿਹੇ ਉਪਰਾਲੇ ਨੂੰ ਇੰਨਾ ਜਿਹੜਾ ਵਾ ਇਹ ਲੋਕਾਂ ਤੱਕ ਪਹੁੰਚਾ ਰਹੇ ਨੇ, ਤੇ ਅਸੀਂ ਇਹਨਾਂ ਦਾ ਧੰਨਵਾਦ ਵੀ ਕਰੀਏ ਤੇ ਇਹਨਾਂ ਦੇ ਪੂਰਨਿਆਂ ਤੇ ਵੀ ਚੱਲੀਏ ਤਾਂ ਜੋ ਅਸੀਂ ਕਾਮਯਾਬ ਹੋ ਸਕੀਏ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਭੈਣ ਜੀ। ਇਹ ਸਨ ਰਾਜਵਿੰਦਰ ਕੌਰ ਜੀ ਔਰ ਉਹਨਾਂ ਨੇ ਦੱਸਿਆ ਕਿ ਬਹੁਤ ਜਿਹੜੀ ਕਿਸਮ ਦੇ ਇੱਥੇ ਫਰੂਟ ਨੇ, ਫਲ ਨੇ, ਫੁੱਲ ਨੇ ਔਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਮਸਾਲੇ ਵੀ ਨੇ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਿਸਮ ਦੇ ਦਵਾਈਆਂ ਜਿਹੜੀਆਂ ਕਿ ਦਵਾਈਆਂ ਦੇ ਵਿੱਚ ਜੜੀ ਬੂਟੀਆਂ ਪੈਂਦੀਆਂ ਨੇ ਉਹ ਵੀ ਹਨ। ਔਰ ਇਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਸਾਰਿਆਂ ਨੂੰ ਕਿ ਤੁਸੀਂ ਵੀ ਆਪਣੇ ਚਾਹੇ 1 ਜਾਂ 2 ਜਾਂ 4 ਜਾਂ 5 ਜਿਹੜਾ ਹੈਗਾ ਛੱਤ ਤੇ ਕਿਉਂਕਿ ਛੱਤਾਂ ਹਮੇਸ਼ਾ ਸਾਰਿਆਂ ਦੀਆਂ ਖਾਲੀ ਰਹਿੰਦੀਆਂ ਨੇ, ਤੇ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਛੱਤ ਨੂੰ ਤੁਸੀਂ ਨਾ ਇੱਕ ਬਾਗ ਦੇ ਰੂਪ ਦੇ ਵਿੱਚ ਵੀ ਜਿਹੜਾ ਹੈਗਾ ਵਾ ਉਹ ਲੋਕਾਂ ਦੇ ਵਿੱਚ ਪੇਸ਼ ਕਰ ਸਕਦੇ ਜੀ। ਔਰ ਹੁਣ ਤੁਹਾਡੇ ਤੋਂ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਔਰ ਅਗਲੀ ਵਾਰੀ ਫੇਰ ਤੁਹਾਨੂੰ ਕਿਸੇ ਇਸ ਤਰ੍ਹਾਂ ਦੀ ਹਸਤੀ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਲੋਕਾਂ ਨੂੰ ਇੱਕ ਚੰਗਾ ਜਿਹੜਾ ਹੈਗਾ ਮੈਸੇਜ ਦੇ ਸਕੀਏ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੌਲੀ ਬਾਬਾ, ਅੰਮ੍ਰਿਤਸਰ।